Hello and welcome back, students. Today I am going to deliver my next lecture on business study, chapter number 1, lecture number 4. And the subject of topic is role of profit in business. Profit ਦਾ ਬਿਜ਼ਨਸ ਦੇ ਅੰਦਰ ਕੀ ਰੋਲ ਹੈ? ਜਦੋਂ ਅਸੀਂ ਬਿਜ਼ਨਸ ਦਾ ਮੀਨਿੰਗ ਕੀਤਾ, ਬਿਜ਼ਨਸ ਦੇ ਫੀਚਰਸ ਕੀਤੇ, ਬਿਜ਼ਨਸ ਦੇ ਆਬਜੈਕਟਿਵਸ ਕੀਤੇ, ਤਾਂ ਉਸ ਦੇ ਅੰਦਰ ਇੱਕ ਆਬਜੈਕਟ ਆਇਆ ਸੀ ਟੂ ਅਰਨ ਮੈਕਸਿਮਮ ਪ੍ਰੋਫਿਟ। ਕਿ ਬਿਜ਼ਨਸ ਦਾ ਇੱਕ ਆਬਜੈਕਟਿਵ ਹੀ ਹੈ ਕਿ ਬਿਜ਼ਨਸ ਕੀ ਹੈ, ਮੈਕਸਿਮਮ ਪ੍ਰੋਫਿਟ ਨੂੰ ਅਰਨ ਕਰਨ ਦੇ ਲਈ ਐਸਟੈਬਲਿਸ਼ ਕੀਤਾ ਜਾਂਦਾ ਹੈ। ਠੀਕ ਹੈ ਜੀ। ਹੁਣ ਪ੍ਰੋਫਿਟ ਦਾ ਬਿਜ਼ਨਸ ਦੇ ਅੰਦਰ ਕੀ ਰੋਲ ਹੈ, ਬੇਸਿਕਲੀ ਪ੍ਰੋਫਿਟ ਕੀ ਰੋਲ ਪਲੇ ਕਰਦਾ ਹੈ, ਅੱਜ ਅਸੀਂ ਇਹ ਦੇਖਣਾ ਹੈ। ਪ੍ਰੋਫਿਟ ਦੇ ਕੰਮ ਕੀ ਹੈ, ਅਗਰ ਅਸੀਂ ਸਿੰਪਲ ਫਾਰਮੈਟ 'ਚ ਇਸ ਨੂੰ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰੀਏ ਤਾਂ ਅਸੀਂ ਕੀ ਕਹਿ ਸਕਦੇ ਹਾਂ ਕਿ ਫੰਕਸ਼ਨਸ ਆਫ ਪ੍ਰੋਫਿਟ ਕੀ ਹੋ ਸਕਦੇ ਆ ਬਿਜ਼ਨਸ ਦੇ ਅੰਦਰ। ਦੋਨੋਂ 'ਚੋਂ ਕੋਈ ਵੀ ਲੈਂਗੁਏਜ ਸਾਨੂੰ ਪੁੱਛੀ ਜਾ ਸਕਦੀ ਹੈ। ਆਬਜੈਕਟ ਆਫ ਪ੍ਰੋਫਿਟ ਪੁੱਛਿਆ ਜਾ ਸਕਦਾ ਹੈ, ਫੰਕਸ਼ਨਸ ਆਫ ਪ੍ਰੋਫਿਟ ਪੁੱਛਿਆ ਜਾ ਸਕਦਾ ਹੈ, ਜਾਂ ਰੋਲ ਆਫ ਪ੍ਰੋਫਿਟ ਪੁੱਛਿਆ ਜਾ ਸਕਦਾ ਹੈ ਇਨ ਬਿਜ਼ਨਸ। ਸੋ ਲੈਟਸ ਚੈੱਕ ਇਟ ਆਊਟ। ਬਿਜ਼ਨਸ ਇਜ਼ ਅ ਟਾਈਪ ਆਫ ਇਕਨੋਮਿਕ ਐਕਟੀਵਿਟੀ। ਦੇਖੋ, ਜਿੱਥੋਂ ਅਸੀਂ ਸਟਾਰਟ ਕੀਤੀ ਸੀ ਕਿ ਇਕਨੋਮਿਕ ਐਕਟੀਵਿਟੀ ਕੀ ਹੁੰਦੀ ਹੈ, ਜਿਸ ਐਕਟੀਵਿਟੀ ਦਾ ਮੇਨ ਮੋਟਿਵ ਹੀ ਪੈਸਾ ਅਰਨ ਕਰਨਾ ਹੈ, ਮਨੀ ਅਰਨ ਕਰਨਾ, ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਇਕਨੋਮਿਕ ਐਕਟੀਵਿਟੀ। ਹੁਣ ਬਿਜ਼ਨਸ ਵੀ ਇਕਨੋਮਿਕ ਐਕਟੀਵਿਟੀ ਦੀ ਇੱਕ ਟਾਈਪ ਹੈ। ਕਿੰਨੀਆਂ ਟਾਈਪਸ ਅਸੀਂ ਇਸ ਦੀਆਂ ਦੇਖੀਆਂ ਸੀ? ਬਿਜ਼ਨਸ ਦੇਖਿਆ, ਪ੍ਰੋਫੈਸ਼ਨ ਦੇਖਿਆ ਅਤੇ ਇੰਪਲੋਇਮੈਂਟ ਦੇਖੀ। ਹੁਣ ਬਿਜ਼ਨਸ ਵੀ ਉਸ ਦੀ ਇੱਕ ਟਾਈਪ ਹੈ। ਪ੍ਰੋਫਿਟ ਅਰਨਿੰਗ ਇਜ਼ ਦਾ ਮੇਨ ਮੋਟਿਵ ਆਫ ਅ ਬਿਜ਼ਨਸ। ਪ੍ਰੋਫਿਟ ਅਰਨ ਕਰਨਾ ਬਿਜ਼ਨਸ ਦਾ ਮੇਨ ਮੋਟਿਵ ਹੈ। ਇਟ ਇਜ਼ ਇੰਪੋਰਟੈਂਟ ਇਨ ਫੋਲੋਇੰਗ ਆਸਪੈਕਟਸ। ਕਿਉਂ ਜ਼ਰੂਰੀ ਹੈ ਉਹ ਅਸੀਂ ਪੁਆਇੰਟ 1 ਬਾਏ 1 ਜਿਹੜੇ ਹੈ ਡਿਫਾਈਨ ਕਰਨੇ ਆ। ਫਸਟ ਪੁਆਇੰਟ ਹੈ ਸਾਡਾ ਸਰਵਾਈਵਲ, ਕਿ ਬਿਜ਼ਨਸ ਦੇ ਲਈ ਪ੍ਰੋਫਿਟ ਜਿਹੜਾ ਹੈ ਜੀ ਸਰਵਾਈਵਲ ਦੇ ਲਈ ਬੜਾ ਜ਼ਰੂਰੀ ਹੈ। ਪ੍ਰੋਫਿਟ ਸਰਵਾਈਵਲ ਅਸੀਂ ਕਹਿੰਦੇ ਕਿਹਨੂੰ ਆ? ਦੇਖੋ, ਜੇਕਰ ਅਸੀਂ ਜ਼ਿੰਦਾ ਰਹਿਣਾ ਤਾਂ ਸਾਨੂੰ ਕੀ ਹੈ, ਸਾਡੀਆਂ ਬੇਸਿਕ ਨੀਡਸ ਦੀ ਲੋੜ ਪਊਗੀ। ਸਾਨੂੰ ਰੋਟੀ ਦੀ ਵੀ ਲੋੜ ਪਏਗੀ, ਕੱਪੜੇ ਦੀ ਵੀ ਲੋੜ ਪਏਗੀ, ਪਾਣੀ ਦੀ ਲੋੜ ਪਏਗੀ ਅਤੇ ਮਕਾਨ ਦੀ ਲੋੜ ਪਏਗੀ। ਠੀਕ ਹੈ। ਅਗਰ ਅਸੀਂ ਮਕਾਨ ਤੋਂ ਬਿਨਾਂ ਗੱਲ ਕਰੀਏ ਤਾਂ ਛੱਤ ਤਾਂ ਜ਼ਰੂਰੀ ਹੈ ਸਾਡੇ ਲਈ, ਤਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ ਮੀਂਹ ਕਣੀ ਦੇ ਵਿੱਚ ਜਾਂ ਹੋਰ, ਹੈ ਨਾ। ਸੋ ਇਸ ਕਰਕੇ ਪ੍ਰੋਬਲਮ ਆਏਗੀ। ਸੋ ਬਿਜ਼ਨਸ ਦੀ ਬੇਸਿਕ ਨੀਡ ਸਰਵਾਈਵ ਕਰਨ ਦੇ ਲਈ ਉਸ ਦੀ ਸਾਰੀ ਕੋਸਟ ਪੂਰੀ ਹੋਵੇ, ਕਹਿਣ ਦਾ ਮਤਲਬ ਉਹਦੇ ਸਾਰੇ ਖਰਚੇ ਪੂਰੇ ਹੋਣ, ਤਾਂ ਬਿਜ਼ਨਸ ਆਪਣੇ ਆਪ ਨੂੰ ਸਰਵਾਈਵ ਕਰ ਸਕਦਾ ਹੈ, ਐਟਲੀਸਟ ਸਰਵਾਈਵ ਕਰ ਸਕਦਾ। ਅਸੀਂ ਗਰੋਥ ਅਤੇ ਡਿਵੈਲਪਮੈਂਟ ਦੀ ਗੱਲ ਨਹੀਂ ਇੱਥੇ ਕਰ ਰਹੇ, ਅਸੀਂ ਸਿਰਫ ਔਰ ਸਿਰਫ ਸਰਵਾਈਵਲ ਫਾਰਮ ਦੀ ਗੱਲ ਕਰ ਰਹੇ ਹਾਂ ਕਿ ਬਿਜ਼ਨਸ ਆਪਣੇ ਆਪ ਨੂੰ ਕੰਪੀਟੀਟਿਵ ਮਾਰਕੀਟ ਦੇ ਅੰਦਰ ਜ਼ਿੰਦਾ ਰੱਖੇਗਾ, ਸਰਵਾਈਵ ਰੱਖੇਗਾ। ਤਾਂ ਉਹ ਕਿਵੇਂ ਰੱਖੂਗਾ? ਇਹਦੇ ਅੰਦਰ ਹੈ ਵਿਦਾਊਟ ਸਫੀਸ਼ੀਐਂਟ ਪ੍ਰੋਫਿਟ ਕੋਈ ਬਿਜ਼ਨਸ ਜਿਹੜਾ ਹੈ ਆਪਣੇ ਆਪ ਨੂੰ ਲੰਬੇ ਟਾਈਮ ਤੱਕ ਸਰਵਾਈਵ ਨਹੀਂ ਕਰ ਸਕਦਾ। ਬਿਜ਼ਨਸ ਮਸਟ ਅਰਨ ਸਫੀਸ਼ੀਐਂਟ ਪ੍ਰੋਫਿਟ। ਦੇਖੋ, ਵਰਡ ਲਿਖਿਆ ਸਫੀਸ਼ੀਐਂਟ ਪ੍ਰੋਫਿਟ। ਸਫੀਸ਼ੀਐਂਟ ਪ੍ਰੋਫਿਟ ਅਸੀਂ ਕਹਿੰਦੇ ਕਿਸ ਨੂੰ ਆ? ਵਾਟ ਇਜ਼ ਦਾ ਮੀਨਿੰਗ? ਕਿਸ ਲੈਵਲ 'ਤੇ ਜਾ ਕੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਇਹ ਚੀਜ਼ ਮੇਰੇ ਲਈ ਸਫੀਸ਼ੀਐਂਟ ਹੈ? ਅਸੀਂ ਇਹਦਾ ਕੋਈ ਨਾ ਕੋਈ ਕ੍ਰਾਈਟੇਰੀਆ ਜ਼ਰੂਰ ਡਿਸਾਈਡ ਕਰਦੇ ਹਾਂ। ਦੇਖੋ, ਹੁਣ ਇੱਥੇ ਸਫੀਸ਼ੀਐਂਟ ਦਾ ਕੀ ਮਤਲਬ ਹੈ? ਅਗਰ ਮੈਂ ਕਹਾਂ ਕਿ ਇੱਕ ਖਰਚਾ, ਅਗਰ ਸਾਡੀ ਇਨਕਮ ਦੀ ਅਸੀਂ ਗੱਲ ਕਰੀਏ ਕਿ ਘਰ ਦੇ ਖਰਚੇ ਚਲਾਉਣ ਵਾਸਤੇ ਸਾਡੀ ਇਨਕਮ ਕਿੰਨੀ ਹੋਣੀ ਚਾਹੀਦੀ ਹੈ, ਤਾਂ ਅਸੀਂ ਕੀ ਕਹਿੰਦੇ ਹਾਂ ਕਿ ਜਿਹਦੇ ਨਾਲ ਸਾਡਾ ਜਿਹੜਾ ਹੈ ਡੇ ਬਾਏ ਡੇ ਜੋ ਸਾਡੀ ਡੇਲੀ ਰੂਟੀਨ ਹੈ ਉਹ ਪੂਰੀ ਹੁੰਦੀ ਰਹੇ, ਤਾਂ ਉਹ ਇਨਕਮ ਸਾਡੇ ਲਈ ਸਫੀਸ਼ੀਐਂਟ ਹੋਏਗੀ। ਸਾਡੀ ਬਿਮਾਰੀ ਦਾ ਇਲਾਜ ਉੱਥੋਂ ਹੋ ਸਕੇ, ਸਾਡੇ ਖਾਣ ਪੀਣ ਦਾ ਜਿਹੜਾ ਬੰਦੋਬਸਤ ਹੋ ਸਕੇ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸਫੀਸ਼ੀਐਂਟ ਇਨਕਮ ਕਹਿ ਦਿੰਦੇ ਹਾਂ। ਹਾਂ, ਉਸ ਤੋਂ ਜ਼ਿਆਦਾ ਸਾਡੀ ਲਗਜ਼ਰੀ ਇਨਕਮ ਹੈ, ਅਸੀਂ ਉਸ ਨੂੰ ਆਪਣੇ ਕੋਲ ਸੇਵ ਕਰਕੇ ਰੱਖ ਸਕਦੇ ਹਾਂ, ਆਪਣੀਆਂ ਲਗਜ਼ਰੀ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ। ਬਟ ਸਫੀਸ਼ੀਐਂਸੀ ਸਾਡੀ ਕਾਹਦੀ ਹੈ? ਜੇਕਰ ਅਸੀਂ ਗੱਲ ਕਰੀਏ ਬਿਜ਼ਨਸ ਦੇ ਲੈਵਲ 'ਤੇ, ਤਾਂ ਜਿੰਨਾ ਪੈਸਾ ਲਗਾ ਕੇ ਅਸੀਂ ਬਿਜ਼ਨਸ ਸਟਾਰਟ ਕਰਦੇ ਹਾਂ, ਜੇਕਰ ਉਸ ਪੈਸੇ ਨੂੰ ਮੈਂ ਬੈਂਕ ਦੇ ਵਿੱਚ ਰੱਖਦਾ ਔਰ ਉੱਥੋਂ ਮੈਨੂੰ ਕਿੰਨਾ ਕੁ ਜਿਹੜਾ ਹੈ ਪ੍ਰੋਫਿਟ ਇੰਟਰਸਟ ਦੇ ਤੌਰ ਦੇ ਉੱਪਰ ਮਿਲਦਾ ਰਹਿੰਦਾ, ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਮੇਰੀ ਇੱਕ ਐਕਸਪੈਕਟਡ ਰਿਟਰਨ ਹੈ। ਅਗਰ ਬਿਜ਼ਨਸ ਮੈਨੂੰ ਉਹਦੇ ਬਰਾਬਰ ਦੀ ਰਿਟਰਨ ਦੇ ਰਿਹਾ ਤਾਂ ਅਸੀਂ ਕੀ ਕਹਿ ਸਕਦੇ ਹਾਂ ਕਿ ਉਹ ਮੇਰੇ ਲਈ ਸਫੀਸ਼ੀਐਂਟ ਹੈ। ਲੇਕਿਨ ਅਗਰ ਕੋਸਟ ਵੀ ਉਸ ਤੋਂ ਜ਼ਿਆਦਾ ਹੈ ਤਾਂ ਫਿਰ ਉਹ ਸਫੀਸ਼ੀਐਂਟ ਨਹੀਂ ਹੋਊਗਾ। ਇਸੇ ਕਰਕੇ ਮੈਂ ਕਹਿ ਰਿਹਾ ਕਿ ਸਫੀਸ਼ੀਐਂਸੀ ਦੀ ਸਾਡੇ ਲਈ ਡੈਫੀਨੇਸ਼ਨ ਕੀ ਹੈ? ਬਿਜ਼ਨਸ ਦੇ ਵਿੱਚ ਅਗਰ ਅਸੀਂ ਸਫੀਸ਼ੀਐਂਟ ਦੇਖਣਾ ਤਾਂ ਉਹਦੇ ਲਈ ਕੀ ਕਰਨਾ ਪਊਗਾ ਕਿ ਉਹ ਪ੍ਰੋਫਿਟ ਅਗਰ ਮੇਰੀ ਕੋਸਟ ਨੂੰ ਕਵਰ ਕਰਦਾ ਹੈ। ਉਹ ਕੋਸਟ ਕਿਹੜੀ ਹੈ? ਮੇਰੇ ਡੇ ਬਾਏ ਡੇ ਦੇ ਖਰਚੇ ਆ, ਮੇਰੀਆਂ ਸੈਲਰੀਜ਼ ਨੇ, ਮੇਰਾ ਰੈਂਟ ਹੈ, ਇਲੈਕਟ੍ਰੀਸਿਟੀ ਹੈ, ਟੈਲੀਫੋਨ ਦੇ ਖਰਚੇ ਆ। ਅਗਰ ਮੇਰਾ ਪ੍ਰੋਫਿਟ ਇਹਨਾਂ ਚੀਜ਼ਾਂ ਨੂੰ ਕਵਰ ਕਰਦਾ ਤਾਂ ਮੈਂ ਕੀ ਕਹਿ ਰਿਹਾ ਕਿ ਉਹ ਪ੍ਰੋਫਿਟ ਕੀ ਹੈ? ਮੇਰੇ ਲਈ ਸਫੀਸ਼ੀਐਂਟ ਪ੍ਰੋਫਿਟ ਹੈ, ਮੇਰੇ ਖਰਚੇ ਪੂਰੇ ਹੁੰਦੇ ਆ। ਇਸ ਤੋਂ ਬਿਨਾਂ ਅਗਰ ਮੈਂ ਆਪਣੀਆਂ ਐਸੈਟਸ ਕਦੇ ਨਾ ਕਦੇ ਰਿਪਲੇਸ ਕਰਨੀ ਹੈ, ਕਿਉਂਕਿ ਜ਼ਰੂਰਤ ਪੈਂਦੀ ਹੈ। ਐਸੈਟਸ ਦੀ ਮਤਲਬ ਕਿ ਫਰਨੀਚਰ ਹੈ ਸਾਡੇ ਕੋਲ, ਬਿਲਡਿੰਗ ਹੈ ਸਾਡੇ ਕੋਲ, ਮਸ਼ੀਨ ਹੈ ਸਾਡੇ ਕੋਲ। ਇਹਨਾਂ ਚੀਜ਼ਾਂ ਨੂੰ ਮੈਂ ਟਾਈਮ ਟੂ ਟਾਈਮ ਚੇਂਜ ਤਾਂ ਕਰੂੰਗਾ, ਪੁਰਾਣੀਆਂ ਹੋ ਜਾਣਗੀਆਂ, ਖਰਾਬ ਹੋ ਜਾਣਗੀਆਂ।
ਨਵੀਆਂ ਲੈ ਕੇ ਆਵਾਂਗੇ। ਸੋ ਅਗਰ ਮੇਰੇ ਕੋਲ ਸਫੀਸ਼ੀਐਂਟ ਪ੍ਰੋਫਿਟ ਹੈ ਕਿ ਮੈਂ ਇਨ ਫਿਊਚਰ ਇਹਨਾਂ ਚੀਜ਼ਾਂ ਨੂੰ ਵੀ ਚੇਂਜ ਕਰ ਸਕਾਂ, ਤਾਂ ਮੇਰੇ ਲਈ ਉਹ ਪ੍ਰੋਫਿਟ ਕੀ ਹੈ, ਸਫੀਸ਼ੀਐਂਟ ਹੈ। ਔਰ ਅਗਰ ਇਹ ਸਾਰੀ ਚੀਜ਼ ਅਸੀਂ ਕਰ ਰਹੇ ਹਾਂ ਤਾਂ ਹੀ ਸਾਡਾ ਬਿਜ਼ਨਸ ਜਿਹੜਾ ਹੈ ਮਾਰਕੀਟ ਦੇ ਵਿੱਚ ਸਰਵਾਈਵ ਕਰੇਗਾ। ਇਸ ਤੋਂ ਬਿਨਾਂ ਪ੍ਰੋਫਿਟ ਸਾਡੀ ਹੈਲਪ ਕਰਦਾ ਹੈ ਟੂ ਮੀਟ ਦਾ ਐਡਵਰਸ ਸਿਚੁਏਸ਼ਨਸ ਲਾਈਕ ਰਿਸੈਸ਼ਨ, ਕਿ ਅਗਰ ਬਿਜ਼ਨਸ ਦੇ ਵਿੱਚ ਰਿਸੈਸ਼ਨ ਆ ਜਾਂਦਾ, ਲਾਈਕ ਜਿਵੇਂ ਹੁਣ ਰਿਸੈਸ਼ਨ ਆਇਆ ਹੋਇਆ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਦਾ ਪੂਰਾ ਸਿਸਟਮ ਲੋਕਡਾਊਨ ਹੋਇਆ ਪਿਆ ਔਰ ਉਹਦੇ ਕਰਕੇ ਸਾਰੇ ਬਿਜ਼ਨਸ ਹਾਊਸਿਸ ਬੰਦ ਨੇ, ਪ੍ਰੋਡਕਸ਼ਨ ਬੰਦ ਹੈ, ਸੇਲ ਬੰਦ ਹੈ, ਇਹਨੂੰ ਅਸੀਂ ਬੋਲਦੇ ਨੇ ਰਿਸੈਸ਼ਨ। ਸੋ ਇਸ ਤਰ੍ਹਾਂ ਦੇ ਰਿਸੈਸ਼ਨ ਦੇ ਅੰਦਰ ਬਿਜ਼ਨਸ ਦੇ ਜੋ ਸਟੈਂਡਿੰਗ ਖਰਚੇ ਆ ਉਹ ਨਹੀਂ ਰੁਕੇ, ਬਿਜਲੀ ਦਾ ਖਰਚਾ ਨਹੀਂ ਰੁਕਿਆ, ਫਿਕਸ ਜਿਹੜਾ ਬਿਜਲੀ ਦਾ ਖਰਚਾ ਹੈ ਉਹ ਤਾਂ ਆਊਗਾ, ਰੈਂਟ ਨਹੀਂ ਰੁਕਿਆ ਸਾਡੀ ਸੈਲਰੀਜ਼ ਨਹੀਂ ਰੁਕੀਆਂ, ਉਹ ਖਰਚੇ ਸਾਨੂੰ ਕਰਨੇ ਪੈ ਰਹੇ ਆ। ਬੈਂਕ ਦਾ ਲੋਨ ਲਿਆ ਹੋਇਆ ਉਹਦਾ ਇੰਟਰਸਟ ਨਹੀਂ ਰੁਕਿਆ। ਸੋ ਇਹ ਖਰਚੇ ਸਾਨੂੰ ਕਰਨੇ ਪੈ ਰਹੇ ਆ, ਫਿਕਸ ਖਰਚੇ ਸਾਡੇ ਨਹੀਂ ਰੁਕੇ ਔਰ ਉਹ ਖਰਚਿਆਂ ਦੇ ਅਗੇਂਸਟ ਹੁਣ ਸਾਡੀ ਸੇਲ ਬੰਦ ਹੋਈ ਪਈ ਆ, ਸਾਡਾ ਪ੍ਰੋਫਿਟ ਜ਼ੀਰੋ ਹੋਇਆ ਪਿਆ। ਤਾਂ ਅਸੀਂ ਕੀ ਕਰਦੇ ਹਾਂ, ਅਗਰ ਸਾਡੇ ਕੋਲ ਸਫੀਸ਼ੀਐਂਟ ਪ੍ਰੋਫਿਟ ਸੀ, ਅਸੀਂ ਉਹਨੂੰ ਰਿਜ਼ਰਵ ਦੇ ਤੌਰ 'ਤੇ ਰੱਖਿਆ ਸੀ, ਤਾਂ ਰਿਸੈਸ਼ਨ ਦੇ ਵਿੱਚ ਵੀ ਇਹ ਪ੍ਰੋਫਿਟ ਸਾਡੇ ਕੰਮ ਆ ਸਕਦਾ ਕਿ ਅਸੀਂ ਉਹ ਖਰਚੇ ਉਸ ਦੇ ਵਿੱਚੋਂ ਪੂਰੇ ਕਰ ਸਕਦੇ ਹਾਂ। ਕਲੀਅਰ ਹੈ ਜੀ। ਸੋ ਇਸ ਕਰਕੇ ਪ੍ਰੋਫਿਟ ਸਾਡੇ ਜਿਹੜੀ ਹੈ ਸਰਵਾਈਵਲ ਦਾ ਕਾਰਨ ਬਣਦਾ ਹੈ ਕਿ ਅਗਰ ਪ੍ਰੋਫਿਟ ਸਫੀਸ਼ੀਐਂਟ ਹੈ ਤਾਂ ਬਿਜ਼ਨਸ ਕੰਪੀਟੀਸ਼ਨ ਨੂੰ ਫੇਸ ਕਰ ਸਕੇਗਾ, ਤਾਂ ਬਿਜ਼ਨਸ ਜਿਹੜਾ ਹੈ ਪ੍ਰੈਜ਼ੈਂਟ ਟਾਈਮ ਦੇ ਅੰਦਰ ਆਪਣੇ ਆਪ ਨੂੰ ਸਰਵਾਈਵ ਕਰ ਪਾਏਗਾ। ਅਗਰ ਪ੍ਰੋਫਿਟ ਸਫੀਸ਼ੀਐਂਟ ਨਹੀਂ ਹੋਊਗਾ ਤਾਂ ਬਿਜ਼ਨਸ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੈ ਸ਼ਟ ਡਾਊਨ ਹੋ ਜਾਏਗਾ, ਬੰਦ ਹੋ ਜਾਏਗਾ। ਨੈਕਸਟ ਪੁਆਇੰਟ ਹੈ ਐਕਸਪੈਂਸ਼ਨ ਐਂਡ ਗਰੋਥ। ਦੇਖੋ ਸਰਵਾਈਵਲ ਤੋਂ ਅਸੀਂ ਅੱਗੇ ਵਧੇ ਤਾਂ ਸਾਨੂੰ ਕੀ ਆ ਹੋਰ, ਅਗਰ ਅਸੀਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨਾ, ਅਗਰ ਅਸੀਂ ਆਪਣੇ ਬਿਜ਼ਨਸ ਦੀ ਗਰੋਥ ਕਰਨੀ ਹੈ, ਤਦ ਸਾਨੂੰ ਹੁਣ ਥੋੜ੍ਹਾ ਜਿਹਾ ਸਫੀਸ਼ੀਐਂਟ ਤੋਂ ਥੋੜ੍ਹਾ ਜਿਹਾ ਜ਼ਿਆਦਾ ਪ੍ਰੋਫਿਟ ਦੀ ਲੋੜ ਪਊਗੀ। ਹੁਣ ਦੇਖੋ ਐਕਸਪੈਂਸ਼ਨ ਅਤੇ ਗਰੋਥ ਅਸੀਂ ਕਹਿੰਦੇ ਕਿਹਨੂੰ ਆ, ਅਸੀਂ ਆਪਣੀਆਂ ਬ੍ਰਾਂਚਿਸ ਖੋਲ੍ਹ ਲੈਣੀਆਂ, ਅਸੀਂ ਆਪਣੇ ਬਿਜ਼ਨਸ ਨੂੰ ਥੋੜ੍ਹਾ ਜਿਹਾ ਵਾਈਡਰ ਕਰ ਲੈਣਾ, ਠੀਕ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਐਕਸਪੈਂਸ਼ਨ ਔਰ ਗਰੋਥ। एक्सपेंशन ਤੇ ग्रोथ ऑफ बिजनेस इज़ नॉट पॉसिबल विदाउट एडिक्वेट प्रॉफिट। देखो एडिक्वेट प्रॉफिट लिखिए, सफिशिएंट प्रॉफिट लिखिए, तो एक कोई वर्ड है दोनों। इट इज़ एन इंटरनल सोर्स ऑफ फाइनेंस। प्रॉफिट जो होंदा है बिजनेस के लिए एक इंटरनल सोर्स होंदा फाइनेंस का। पहला असीं देखिए कि फाइनेंस के सोर्स किन्ने होंदे आ, इंटरनल होंदा ते एक्सटर्नल होंदा। इंटरनल दे विच यही सोर्स आंदा है या मालिक की अपनी लगाई गई कैपिटल आंदी है, लेकिन वो कुछ टाइप ऑफ बिजनेस चाहती है, लेकिन अदरवाइज हरेक टाइप चो नहीं होती। इस तो बिना साडे कोल की है सारे एक्सटर्नल सोर्सेज ने जिथों असीं पैसा जिहड़ा है रेज कर सकते हैं। सो इत्थे की है कि प्रॉफिट साडे लिए एक इंटरनल सोर्स है फाइनेंस का, तो एंटरप्राइज करती है ट्राई टू अर्न मोर प्रॉफिट टू अट्रैक्ट कैपिटल फ्रॉम आउटसाइड। ਇਹਦੀ ਸਹਾਇਤਾ ਦੇ ਨਾਲ ਹੀ अगर ਸਾਡਾ प्रॉफिट ज़्यादा ਹੋਊਗਾ ਤਾਂ ਹੀ ਅਸੀਂ ਲੋਕਾਂ ਨੂੰ ਅਟਰੈਕਟ ਕਰ ਪਾਵਾਂਗੇ ਕਿ ਉਹ ਸਾਡੇ 'ਚ ਆ ਕੇ ਪੈਸਾ ਇਨਵੈਸਟ ਕਰਨ। ਸਾਡੇ ਕੋਲ ਕੈਪੀਟਲ ਜ਼ਿਆਦਾ ਵਧੂਗੀ ਤਾਂ ਅਸੀਂ ਬਿਜ਼ਨਸ ਦੀ ਐਕਸਪੈਂਸ਼ਨ ਦੇ ਬਾਰੇ ਸੋਚ ਸਕਦੇ ਹਾਂ, ਤਾਂ ਅਸੀਂ ਬਿਜ਼ਨਸ ਦੀ ਗਰੋਥ ਬਾਰੇ ਸੋਚ ਸਕਦੇ ਹਾਂ। ਦੇਖੋ ਐਕਸਪੈਂਸ਼ਨ ਕਰਨੀ ਹੈ, ਗਰੋਥ ਕਰਨੀ ਹੈ, ਤਦ ਸਾਨੂੰ ਪੈਸੇ ਦੀ ਹੀ ਲੋੜ ਪਊਗੀ। ਅਗਰ ਅਸੀਂ ਐਗਜ਼ਾਮਪਲ ਲੈਂਦੇ ਹਾਂ ਕਿ ਆਪਣੇ ਘਰ ਦੀ ਰੈਨੋਵੇਸ਼ਨ ਕਰਨੀ ਹੈ, ਅਸੀਂ ਉਹਦੇ ਉੱਪਰ 2 ਮੰਜ਼ਿਲ ਹੋਰ ਖੜੀ ਕਰਨੀ ਹੈ, ਇਟ ਮੀਨਸ ਅਸੀਂ ਆਪਣੇ ਮਕਾਨ ਦੀ ਕੀ ਕਰ ਰਹੇ ਹਾਂ, ਗਰੋਥ ਕਰ ਰਹੇ ਹਾਂ। ਉਹਦੇ ਲਈ ਕੀ ਚਾਹੀਦਾ, ਸਾਨੂੰ ਪੈਸਾ ਚਾਹੀਦਾ ਹੋਊਗਾ। ਹੁਣ ਪੈਸਾ ਜਾਂ ਤਾਂ ਸਾਡਾ ਆਪਣਾ ਉੱਥੇ ਕੰਮ ਆਊਗਾ, ਮੀਨ ਸਾਡਾ ਆਪਣਾ ਪ੍ਰੋਫਿਟ ਸਾਡੇ ਕੰਮ ਆਊਗਾ, ਜਾਂ ਅਸੀਂ ਕੀ ਕਰਾਂਗੇ, ਬਾਹਰੋਂ ਕਿਤੋਂ ਲੋਨ ਵਗੈਰਾ ਲਵਾਂਗੇ। ਹੁਣ ਜੇ ਅਸੀਂ ਬੈਂਕ ਤੋਂ ਲੋਨ ਲਵਾਂਗੇ ਤਾਂ ਉਹ ਸਾਡਾ ਪਾਸਟ ਰਿਕਾਰਡ ਮੰਗਦੇ ਆ। ਪਾਸਟ ਰਿਕਾਰਡ ਅਗਰ ਸਾਡਾ ਪੋਜ਼ੀਟਿਵ ਦੱਸੂਗਾ ਕਿ ਬੰਦੇ ਦੀ ਇਨਕਮ ਅੱਛੀ ਹੈ, ਪ੍ਰੋਫਿਟ ਲੈਵਲ ਅੱਛਾ ਹੈ, ਤਦ ਕੀ ਕਰੂਗਾ, ਬੈਂਕਰ ਸਾਨੂੰ ਜਿਹੜਾ ਹੈ ਲੋਨ ਪ੍ਰੋਵਾਈਡ ਕਰੂਗਾ। ਅਗਰ ਸਾਡਾ ਪਾਸਟ ਰਿਕਾਰਡ ਅੱਛਾ ਨਹੀਂ ਹੈ ਤਾਂ ਬੈਂਕਰ ਸਾਨੂੰ ਲੋਨ ਪ੍ਰੋਵਾਈਡ ਨਹੀਂ ਕਰੂਗਾ। ਇਸੇ ਤਰ੍ਹਾਂ ਬਿਜ਼ਨਸ ਦਾ ਚੱਲਦਾ ਸਿਸਟਮ। ਅਗਰ ਬਿਜ਼ਨਸ ਕੋਲ ਕੁਝ ਪੈਸਾ ਆਪਣਾ ਪਿਆ ਸੀ, ਬਿਜ਼ਨਸ ਨੇ ਐਕਸਪੈਂਸ਼ਨ ਦੇ ਵਿੱਚ ਉਹ ਲਗਾ ਲਿਆ, ਹੋਰ ਪੈਸੇ ਦੀ ਲੋੜ ਆ, ਉਸਨੇ ਬੈਂਕ ਤੋਂ ਡਿਮਾਂਡ ਕੀਤੀ, ਬੈਂਕ ਨੇ ਪਾਸਟ ਰਿਕਾਰਡ ਚੈੱਕ ਕੀਤੇ, ਪ੍ਰੋਫਿਟ ਦਾ ਗ੍ਰਾਫ ਪੋਜ਼ਿਟਿਵ ਹੈ, ਅਪਵਰਡ ਟ੍ਰੈਂਡ 'ਚ ਹੈ, ਤਾਂ ਬੈਂਕ ਸਾਨੂੰ ਕੀ ਕਰੂਗਾ, ਈਜ਼ੀਲੀ ਲੋਨ ਪ੍ਰੋਵਾਈਡ ਕਰ ਦੂਗਾ, ਅਦਰਵਾਈਜ਼ ਉਹ ਲੋਨ ਪ੍ਰੋਵਾਈਡ ਨਹੀਂ ਕਰੂਗਾ। ਕਲੀਅਰ ਹੈ ਜੀ। ਨਾ ਹੀ ਸਾਡੇ ਕੋਲ ਇਨਵੈਸਟਰ ਜਿਹੜਾ ਹੈ ਪੈਸਾ ਉਹ ਲਗਾਊਗਾ। ਸੋ ਇਸ ਕਰਕੇ ਲਿਖਿਆ ਕਿ ਪ੍ਰੋਫਿਟ ਅਸੈਂਸ਼ੀਅਲ ਹੈ ਅਗਰ ਅਸੀਂ ਆਪਣੇ ਬਿਜ਼ਨਸ ਦੀ ਐਕਸਪੈਂਸ਼ਨ ਕਰਨੀ ਹੈ, ਅਗਰ ਅਸੀਂ ਉਸ ਦੀ ਗਰੋਥ ਕਰਨੀ ਹੈ ਤਾਂ। ਥਰਡ ਪੁਆਇੰਟ ਲਿਖਿਆ ਇੰਡੈਕਸ ਆਫ ਐਫੀਸ਼ੀਐਂਸੀ। ਦੇਖੋ ਅਗਰ ਅਸੀਂ ਆਪਣੇ ਲਾਈਕ ਐਫੀਸ਼ੀਐਂਸੀ ਆਫ ਅ ਸਟੂਡੈਂਟ, ਅਗਰ ਸਟੂਡੈਂਟ ਦੀ ਐਫੀਸ਼ੀਐਂਸੀ ਦਾ ਪਤਾ ਕਰਨਾ ਹੋਵੇ ਤਾਂ ਕਿੱਥੋਂ ਪਤਾ ਲੱਗੇਗੀ, ਮੈਜ਼ਰਡ ਬਾਏ ਹਿਜ਼ ਮਾਰਕਸ ਓਬਟੇਨਡ ਇਨ ਦਾ ਐਗਜ਼ਾਮੀਨੇਸ਼ਨ। ਅਗਰ ਉਸਨੇ ਐਗਜ਼ਾਮਸ ਦੇ ਵਿੱਚ ਜਿੰਨੇ ਮਾਰਕ ਲਏ ਆ, परसेंटेज असी उस दे नाल जिहड़ा कंपेयर करके देख लैंदे आ कि स्टूडेंट जिहड़ा है वो कितना क एफिशिएंट है। इसे तरह अगर बिजनेस की एफिशिएंसी नूं मैज़र करना पेगा तो उस दी
ਪ੍ਰੋਫਿਟੇਬਿਲਿਟੀ ਇੰਡੈਕਸ ਤੋਂ ਅਸੀਂ ਜਿਹੜਾ ਹੈ ਉਸ ਨੂੰ ਡਿਸੀਜ਼ਨ ਲਵਾਂਗੇ ਕਿ ਬਿਜ਼ਨਸ ਕਿੰਨਾ ਕੁ ਐਫੀਸ਼ੀਐਂਟ ਹੈ, ਇਸ ਦੀ ਮੈਨੇਜਮੈਂਟ ਕਿੰਨੀ ਕੁ ਐਫੀਸ਼ੀਐਂਟ ਹੈ। ਠੀਕ ਹੈ ਜੀ। ਸੋ ਅਗਰ ਸਾਡਾ ਪ੍ਰੋਫਿਟ ਅੱਛਾ ਹੈ, ਸਾਡੇ ਪ੍ਰੋਫਿਟ ਜਿਹੜੇ ਨੇ ਅਪਵਰਡ ਟ੍ਰੈਂਡ ਦੇ ਵਿੱਚ ਹੈ, ਤਾਂ ਅਸੀਂ ਕੀ ਕਹਾਂਗੇ ਕਿ ਬਿਜ਼ਨਸ ਔਰ ਉਸ ਦੀ ਮੈਨੇਜਮੈਂਟ ਜਿਹੜੀ ਹੈ ਬੜੇ ਅੱਛੇ ਐਫੀਸ਼ੀਐਂਟ ਹੈ। ਅਗਰ ਸਾਡਾ ਪ੍ਰੋਫਿਟ ਜਿਹੜਾ ਉਹ ਡਾਊਨਵਰਡ ਸਲੋਪ ਦੇ ਵਿੱਚ ਹੈ, ਤਾਂ ਅਸੀਂ ਕੀ ਕਹਾਂਗੇ ਕਿ ਮੈਨੇਜਮੈਂਟ ਜਿਹੜੀ ਹੈ ਉਹ ਅੱਛੀ ਨਹੀਂ ਹੈ। ਅਗਰ ਉਹ ਨਿਊਟਰਲ ਟ੍ਰੈਂਡ ਚੱਲ ਰਿਹਾ, ਮਤਲਬ ਉਹ ਸੇਮ ਸਲੋਪ 'ਚ ਚੱਲ ਰਿਹਾ, ਤਾਂ ਅਸੀਂ ਕੀ ਕਹਾਂਗੇ ਨੀਡ ਫॉर ਇੰਪਰੂਵਮੈਂਟ ਹੈ, ਸਾਨੂੰ ਇੱਥੋਂ ਇੰਪਰੂਵਮੈਂਟ ਦੀ ਜ਼ਰੂਰਤ ਹੈ। ਠੀਕ ਹੈ, ਅਸੀਂ ਆਪਣੀ ਕਾਸਟ ਨੂੰ ਪੂਰਾ ਕਰ ਰਹੇ ਹਾਂ, ਸਫੀਸ਼ੀਐਂਟ ਅਸੀਂ ਪ੍ਰੋਫਿਟ ਅਰਨ ਕਰ ਰਹੇ ਹਾਂ, ਬਟ ਹੋਰ ਜ਼ਿਆਦਾ ਪ੍ਰੋਫਿਟ ਅਰਨ ਕਰਨ ਲਈ ਸਾਨੂੰ ਨੀਡ ਸਮ ਇੰਪਰੂਵਮੈਂਟਸ ਦੀ ਲੋੜ ਹੈ। ਸੋ ਅਸੀਂ ਇਸ ਤਰ੍ਹਾਂ ਦੇ ਡਿਸੀਜ਼ਨ ਲੈਂਦੇ ਹਾਂ। ਇੰਡੈਕਸ ਆਫ ਐਫੀਸ਼ੀਐਂਸੀ ਅਸੀਂ ਇਹੀ ਕਹਿ ਸਕਦੇ ਹਾਂ ਕਿ ਅਗਰ ਪ੍ਰੋਫਿਟ ਅੱਛਾ ਹੈ ਤਾਂ ਸਾਡੀ ਐਫੀਸ਼ੀਐਂਸੀ ਅੱਛੀ ਹੈ, ਅਗਰ ਸਾਡਾ ਪ੍ਰੋਫਿਟ ਡਾਊਨ ਹੈ ਤਾਂ ਸਾਡੀ ਐਫੀਸ਼ੀਐਂਸੀ ਵੀ ਡਾਊਨ ਹੀ ਇੰਡੈਕਸ ਕੋਟ ਕੀਤੀ ਜਾਊਗੀ। ਕਲੀਅਰ ਜੀ। ਨੈਕਸਟ ਪੁਆਇੰਟ ਹੈ ਇਨਕਰੀਜ਼ ਇਨ ਗੁੱਡਵਿਲ। ਗੁੱਡਵਿਲ ਦਾ ਕੀ ਮਤਲਬ ਹੈ? ਸਾਡੀ ਮਾਰਕੀਟ ਦੇ ਵਿੱਚ ਰੈਪੂਟੇਸ਼ਨ ਅੱਛੀ ਹੋ ਜਾਏਗੀ ਅਗਰ ਅਸੀਂ ਅੱਛਾ ਪ੍ਰੋਫਿਟ ਅਰਨ ਕਰਦੇ ਹਾਂ। ਦੇਖੋ, ਇੱਕ ਇਨਵੈਸਟਰ ਹੈ, ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਸ ਕਿਸ ਆਸਪੈਕਟ ਤੋਂ ਲਈ ਜਾਂਦੀ ਹੈ। ਪਹਿਲਾਂ ਲਿਖਿਆ ਫॉर ਰੇਜ਼ਿੰਗ ਫੰਡ ਈਜ਼ੀਲੀ ਐਂਡ ਟਾਈਮਲੀ ਪੇਮੈਂਟ ਟੂ ਸਪਲਾਇਰ। ਅਗਰ ਸਾਡੇ ਪ੍ਰੋਫਿਟ ਬੜੇ ਅੱਛੇ ਨੇ ਤਾਂ ਅਸੀਂ ਅਗਰ ਕਿਤੋਂ ਲੋਨ ਵਗੈਰਾ ਲੈਣਾ ਹੈ ਤਾਂ ਸਾਨੂੰ ਫੰਡ ਜਲਦੀ ਰੇਜ਼ ਹੋ ਜਾਣਗੇ, ਬੈਂਕਰ ਸਾਨੂੰ ਲੋਨ ਈਜ਼ੀਲੀ ਦੇ ਦੂਗਾ ਕਿ ਸਾਡੇ ਪ੍ਰੋਫਿਟ ਦਾ ਟ੍ਰੈਂਡ ਅੱਛਾ ਹੈ। ਔਰ ਅਗਰ ਪ੍ਰੋਫਿਟ ਦਾ ਟ੍ਰੈਂਡ ਅੱਛਾ ਹੋਊਗਾ ਤਾਂ ਅਸੀਂ ਆਪਣੇ ਜਿਹੜੇ ਸਪਲਾਇਰਸ ਨੇ ਜਿਸ ਤੋਂ ਅਸੀਂ ਉਧਾਰ ਦੇ ਵਿੱਚ ਸਮਾਨ ਚੱਕਦੇ ਹਾਂ, ਉਹਨਾਂ ਨੂੰ ਅਸੀਂ ਜਿਹੜੀ ਪੇਮੈਂਟਸ ਨੇ ਉਹ ਇਨ ਟਾਈਮ ਦੇ ਸਕਦੇ ਹੋਵਾਂਗੇ। ਅਗਰ ਸਾਡੇ ਕੋਲ ਅੱਛਾ ਪ੍ਰੋਫਿਟ ਹੈ, ਸਫੀਸ਼ੀਐਂਟ ਪ੍ਰੋਫਿਟ ਹੈ, ਤਾਂ ਅਸੀਂ ਆਪਣੇ ਵਰਕਿੰਗ ਕੰਡੀਸ਼ਨਸ ਦੇ ਉੱਪਰ ਖਰਚਾ ਕਰ ਪਾਵਾਂਗੇ, ਤਾਂ ਅਸੀਂ ਵਰਕਰਸ ਨੂੰ ਅੱਛੀਆਂ ਵਰਕਿੰਗ ਕੰਡੀਸ਼ਨਸ ਵੀ ਪ੍ਰੋਵਾਈਡ ਕਰ ਪਾਵਾਂਗੇ। ਇਸ ਤੋਂ ਬਿਨਾਂ ਯੂਜ਼ ਆਫ ਲੇਟੈਸਟ ਟੈਕਨੀਕਸ, ਜਿੰਨੀਆਂ ਮਾਰਕੀਟ ਦੇ ਵਿੱਚ ਪ੍ਰੋਡਕਸ਼ਨ ਕਰਨ ਦੀ ਲੇਟੈਸਟ ਟੈਕਨੀਕ ਚੱਲ ਰਹੀ ਹੈ, ਅਸੀਂ ਉਸ ਨੂੰ ਵੀ ਅਡੋਪਟ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਸਾਡਾ ਫਾਈਨਾਂਸ ਹੈ, ਸਾਡਾ ਪ੍ਰੋਫਿਟ ਅੱਛਾ ਸੀ। ਅਗਰ ਪ੍ਰੋਫਿਟ ਅੱਛਾ ਹੈ ਤਾਂ ਅਸੀਂ ਆਪਣੇ ਵਰਕਰਸ ਨੂੰ ਅੱਛੀਆਂ ਸੈਲਰੀਜ਼ ਵੀ ਪ੍ਰੋਵਾਈਡ ਕਰ ਸਕਦੇ ਹਾਂ, ਅਸੀਂ ਡਿਵੀਡੈਂਡ ਦੇ ਸਕਦੇ ਹਾਂ ਸਾਡੇ ਇਨਵੈਸਟਰਸ ਨੂੰ। ਜਿਹੜੇ ਇਨਵੈਸਟਰਸ ਨੇ ਸਾਡੇ ਕੋਲ ਜਿਹੜਾ ਪੈਸਾ ਹੈ ਉਹ ਇਨਵੈਸਟ ਕੀਤਾ ਹੋਇਆ, ਉਹਨਾਂ ਨੂੰ ਅਸੀਂ ਡਿਵੀਡੈਂਡ ਦਾ ਮਤਲਬ ਕੀ ਹੁੰਦਾ ਕਿ ਪ੍ਰੋਫਿਟ ਦਾ ਹਿੱਸਾ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਨਾ। ਕਲੀਅਰ ਹੈ ਜੀ। ਇਹ ਸਾਰਾ ਕੁਝ ਤਦ ਹੋ ਸਕਦਾ ਹੈ ਅਗਰ ਸਾਡਾ ਪ੍ਰੋਫਿਟ ਜਿਹੜਾ ਹੈ ਸਾਡਾ ਅੱਛਾ ਸੀ। ਨੈਕਸਟ ਪੁਆਇੰਟ ਹੈ ਰਿਵਾਰਡ ਫॉर ਬੀਅਰਿੰਗ ਰਿਸਕ। ਦੇਖੋ, ਪ੍ਰੋਫਿਟ ਦਾ ਬਿਜ਼ਨਸ 'ਚ ਕੀ ਰੋਲ ਹੈ? ਪ੍ਰੋਫਿਟ ਸਾਡੇ ਬਿਜ਼ਨਸਮੈਨ ਦੇ ਲਈ ਇੱਕ ਰਿਵਾਰਡ ਦਾ ਕੰਮ ਕਰਦਾ ਹੈ। ਰਿਵਾਰਡ ਅਸੀਂ ਕਿਹਨੂੰ ਕਹਿੰਦੇ ਹਾਂ? ਇਨਾਮ ਨੂੰ ਕਹਿ ਦਿੰਦੇ ਹਾਂ ਕਿ ਇਹ ਇੱਕ ਇਨਾਮ ਹੈ। ਕਿਸ ਚੀਜ਼ ਦਾ? ਰਿਸਕ ਬੀਅਰ ਕਰਨ ਦਾ। ਰਿਸਕ ਕੀ ਚੀਜ਼ ਹੁੰਦੀ ਆ? ਹੁਣ ਰਿਸਕ ਉਹ ਅਨਸਰਟਨਿਟੀਜ਼ ਨੇ ਜਿਹੜੀਆਂ ਕੁਡ ਹੈਪਨ, ਮੇ ਔਰ ਮੇ ਨਾਟ, ਹੋ ਸਕਦੀਆਂ ਨੇ, ਨਹੀਂ ਵੀ ਹੋ ਸਕਦੀਆਂ, ਉਹ ਰਿਸਕ ਹੈ। ਲੋਕਡਾਊਨ ਹੋ ਗਿਆ, ਨਹੀਂ ਵੀ ਹੋ ਸਕਦਾ ਸੀ, ਤਾਂ ਰਿਸਕ ਸੀ ਇਹ। Entrepreneur and investor take risk by investing their money with hope to earn profit। ਹੁਣ ਦੇਖੋ, ਅਗਰ ਅਸੀਂ ਇਨਵੈਸਟਰ ਦੀ ਗੱਲ ਕਰੀਏ, ਅਗਰ ਅਸੀਂ ਮਾਲਕ ਦੀ ਗੱਲ ਕਰੀਏ, ਓਨਰ ਦੀ, ਤਾਂ ਦੋਨੋਂ ਆਪਣਾ ਪੈਸਾ ਬਿਜ਼ਨਸ 'ਚ ਇਨਵੈਸਟ ਕਰਦੇ ਆ। ਹੋਪ ਕੀ ਉਹਦੇ ਪਿੱਛੇ? ਕਿ ਅਸੀਂ ਉਹਦੇ ਉੱਪਰ ਪ੍ਰੋਫਿਟ ਅਰਨ ਕਰਨਾ ਹੈ। ਹੁਣ ਇਹਦੇ ਪਿੱਛੇ ਇੱਕ ਰਿਸਕ ਵੀ ਚੱਲਦਾ ਹੈ। ਪ੍ਰੋਫਿਟ ਇਜ਼ ਅ ਰਿਵਾਰਡ ਫॉर ਬੀਅਰਿੰਗ ਰਿਸਕ। ਪ੍ਰੋਫਿਟ ਜਿਹੜਾ ਹੈ, ਨੋ ਡਾਊਟ ਕਿ ਰਿਵਾਰਡ ਹੈ ਰਿਸਕ ਦਾ। ਲਾਸ ਵੀ ਇਹਦੇ ਵਿੱਚ ਹੋ ਸਕਦਾ ਹੈ। ਅਗਰ ਪ੍ਰੋਫਿਟ ਹੋ ਜਾਂਦਾ ਹੈ ਤਾਂ ਇਹਦੇ ਨਾਲ ਕੀ ਹੁੰਦਾ ਹੈ? ਗਿਵ ਮੋਟੀਵੇਸ਼ਨ ਟੂ ਟੇਕ ਰਿਸਕ ਐਂਡ ਇਨਵੈਸਟ ਮੋਰ ਮਨੀ ਇਨ ਦਾ ਬਿਜ਼ਨਸ। ਸੋ ਅਗਰ ਅਸੀਂ ਇਹਦੇ ਵਿੱਚ ਪ੍ਰੋਫਿਟ ਅਰਨ ਕਰਦੇ ਹਾਂ ਤਾਂ ਇਨਵੈਸਟਰ ਦੇ ਲਈ ਔਰ ਓਨਰ ਦੋਨਾਂ ਦੇ ਲਈ ਇੱਕ ਮੋਟੀਵੇਸ਼ਨ ਦਾ ਕਾਰਨ ਬਣਦਾ ਹੈ ਕਿ ਉਹ ਆਪਣਾ ਹੋਰ ਜ਼ਿਆਦਾ ਪੈਸਾ ਇਹਦੇ ਅੰਦਰ ਇਨਵੈਸਟ ਕਰਦੇ ਆ। ਸੋ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਕਿ ਇਹ ਸਾਡੇ ਰਿਸਕ ਲੈਣ ਦੇ ਲਈ ਸਾਡਾ ਰਿਵਾਰਡ ਦਾ ਕੰਮ ਕਰਦਾ ਹੈ। ਨੈਕਸਟ ਪੁਆਇੰਟ ਹੈ ਡਿਵੈਲਪਮੈਂਟ ਆਫ ਬਿਜ਼ਨਸ ਐਂਡ ਪ੍ਰੋਡਕਟ। ਦੇਖੋ, ਪ੍ਰੋਡਕਟ ਦੀ ਡਿਵੈਲਪਮੈਂਟ ਜਾਂ ਬਿਜ਼ਨਸ ਦੀ ਡਿਵੈਲਪਮੈਂਟ ਕਿਵੇਂ ਹੋਊਗੀ? ਅਸੀਂ ਪਹਿਲਾ ਪੁਆਇੰਟ ਕੀ ਕੀਤਾ ਸੀ? ਗਰੋਥ ਐਂਡ ਐਕਸਪੈਂਸ਼ਨ। ਪਹਿਲਾਂ ਅਸੀਂ ਗਰੋਥ ਅਤੇ ਐਕਸਪੈਂਸ਼ਨ ਦੀ ਗੱਲ ਕੀਤੀ, ਜਿਹਦੇ ਅੰਦਰ ਅਸੀਂ ਬਿਜ਼ਨਸ ਦੀਆਂ ਬਾਊਂਡਰੀਜ਼ ਨੂੰ ਵਧਾਇਆ, ਉਸ ਨੂੰ ਅਸੀਂ ਲੋਕਲ ਏਰੀਏ ਤੋਂ ਵਧਾ ਕੇ ਅੱਗੇ ਤੱਕ ਲੈ ਗਏ, ਇੰਟਰਸਟੇਟ ਲੈ ਗਏ, ਜਾਂ ਅਸੀਂ ਕ੍ਰਾਸ ਕੰਟਰੀ ਵੀ ਲੈ ਗਏ ਉਸ ਨੂੰ, ਉਹ ਸਾਡੀ ਗਰੋਥ ਹੈ। ਅਗਰ ਅਸੀਂ ਡਿਵੈਲਪਮੈਂਟ ਦੀ ਗੱਲ ਕਰਨੀ ਹੈ ਤਾਂ ਡਿਵੈਲਪਮੈਂਟ ਕਿਵੇਂ ਹੋਊਗੀ? ਜਦੋਂ ਅਸੀਂ ਇੰਟਰਨਲੀ ਆਪਣੇ ਬਿਜ਼ਨਸ ਨੂੰ ਡਿਵੈਲਪ ਕਰ ਦਿੰਦੇ ਹਾਂ। ਕਹਿਣ ਦਾ ਮਤਲਬ ਅਸੀਂ ਨਿਊ ਟੈਕਨੋਲੋਜੀ ਲੈ ਕੇ ਆਉਂਦੇ ਹਾਂ, ਅਸੀਂ ਆਪਣੇ ਪ੍ਰੋਡਕਟ ਨੂੰ ਹੋਰ ਜ਼ਿਆਦਾ ਐਡਵਾਂਸ ਕਰ ਦਿੰਦੇ ਹਾਂ, ਤਾਂ ਇਹਨੂੰ ਅਸੀਂ ਬੋਲਦੇ ਹਾਂ ਡਿਵੈਲਪਮੈਂਟਸ। ਲੇਕਿਨ ਇਹ ਕਿਵੇਂ ਹੋਣਗੀਆਂ? ਇਹ ਪੋਸੀਬਲ ਹੈ ਕਿ ਜੇ ਸਾਡੇ ਕੋਲ ਸੋਰਸ ਆਫ ਫਾਈਨਾਂਸ ਹੋਊਗਾ। ਉਹ ਕਿੱਥੋਂ ਆਊਗਾ? ਉਹ ਸਾਡੇ ਪ੍ਰੋਫਿਟ ਤੋਂ ਆਊਗਾ। ਬਾਹਰੋਂ ਵੀ ਅਸੀਂ ਕਰ ਸਕਦੇ ਹਾਂ, ਲੇਕਿਨ ਪ੍ਰੋਫਿਟ ਕੀ ਕਰਦਾ ਹੈ? ਸੋ ਕੀ ਲਿਖਿਆ ਇਹਦੇ ਅੰਦਰ? ਪ੍ਰੋਫਿਟ ਪਲੇ ਐਨ ਇੰਪੋਰਟੈਂਟ ਰੋਲ ਇਨ ਡਿਵੈਲਪਮੈਂਟ ਆਫ ਬਿਜ਼ਨਸ by using latest techniques
in production। ਜਿਹੜਾ ਇਹ ਪੁਆਇੰਟ ਹੈ ਓਵਰਆਲ ਬਿਜ਼ਨਸ ਦੇ ਲਈ ਹੈ ਕਿ ਅਗਰ ਅਸੀਂ ਬਿਜ਼ਨਸ ਦੇ ਅੰਦਰ ਅੱਛਾ ਪ੍ਰੋਫਿਟ ਕਮਾ ਰਹੇ ਹਾਂ ਤਾਂ ਉਹਦੇ ਨਾਲ ਕੀ ਅਸੀਂ ਲੇਟੈਸਟ ਟੈਕਨੀਕ ਨੂੰ ਅਡੋਪਟ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਕਿ ਪ੍ਰੋਡਕਸ਼ਨ ਕਰੀਏ, ਮਸ਼ੀਨਾਂ ਲੈ ਕੇ ਆ ਸਕਦੇ ਹਾਂ ਹੈਂਡਮੇਡ ਦੀ ਜਗ੍ਹਾ 'ਤੇ। ਨਾਲ ਕੀ ਹੈ ਅਸੀਂ ਪ੍ਰੋਡਕਟ ਨੂੰ ਵੀ ਐਡਵਾਂਸ ਕਰ ਸਕਦੇ ਹਾਂ, ਮੇਕ ਐਡਵਾਂਸਮੈਂਟ ਇਨ ਦਾ ਪ੍ਰੋਡਕਟਸ, ਉਹਨੂੰ ਆਟੋਮੈਟਿਕ ਕਰ ਦੇਣਾ ਸਾਰੇ ਪ੍ਰੋਡਕਟ ਨੂੰ। ਸੋ ਇਹ ਵੀ ਸਾਡੇ ਲਈ ਇੱਕ ਜਿਹੜਾ ਬੈਨੀਫੀਸ਼ੀਅਲ ਪੁਆਇੰਟ ਹੈ ਕਿ ਇਹਦੇ ਨਾਲ ਸਾਡਾ ਪ੍ਰੋਡਕਟ ਵੀ ਐਡਵਾਂਸ ਹੋ ਸਕਦਾ, ਸਾਡੇ ਬਿਜ਼ਨਸ ਦੇ ਅੰਦਰ ਵੀ ਜਿਹੜੀਆਂ ਨੇ ਡਿਵੈਲਪਮੈਂਟਸ ਆ ਸਕਦੀਆਂ ਨੇ। ਸੋ ਐਜ਼ ਅ ਕਨਕਲੂਜਨ ਅਸੀਂ ਇਸ ਦੇ ਅੰਦਰ ਕੀ ਕਹਿ ਸਕਦੇ ਹਾਂ ਕਿ ਜੋ ਅਸੀਂ ਪ੍ਰੋਫਿਟ ਦੇ ਬਾਰੇ ਡਿਸਕਸ਼ਨ ਕੀਤੀ ਕਿ ਪ੍ਰੋਫਿਟ ਦਾ ਰੋਲ ਕੀ ਹੈ, ਉਹਦੇ ਲਈ ਅਸੀਂ ਕਨਕਲੂਡ ਕੀ ਕਰ ਸਕਦੇ ਹਾਂ, ਵੀ ਕੈਨ ਸੇ ਦੈਟ ਪ੍ਰੋਫਿਟ ਇਜ਼ ਐਨ ਇੰਟੈਗਰਲ ਪਾਰਟ ਆਫ ਬਿਜ਼ਨਸ। ਇੰਟੈਗਰਲ ਪਾਰਟ ਉਸ ਨੂੰ ਕਿਹਾ ਜਾਂਦਾ ਜਿਸ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ। ਇਹ ਬਿਜ਼ਨਸ ਦਾ ਇੱਕ ਇੰਟੈਗਰਲ ਪਾਰਟ ਹੈ। cannot survive for a long time। ਬਿਜ਼ਨਸ ਇਸ ਤੋਂ ਬਿਨਾਂ ਜਿਹੜਾ ਹੈ ਲੌਂਗ ਟਰਮ ਸਰਵਾਈਵ ਨਹੀਂ ਕਰ ਸਕਦਾ। It is essential for the growth and development of the business and its products। ਇਹ ਚੀਜ਼ਾਂ ਦੇ ਲਈ ਇਹ ਬੜਾ ਜ਼ਰੂਰੀ ਹੈ। ਬਟ ਹੁਣ ਇੱਥੋਂ ਕੀ ਸਟਾਰਟ ਹੁੰਦਾ ਹੈ, ਪ੍ਰੋਫਿਟ ਅਰਨਿੰਗ ਸ਼ੁੱਡ ਨਾਟ ਐਟ ਦਾ ਕਾਸਟ ਆਫ ਸੋਸਾਇਟੀ ਵੈਲਫੇਅਰ। ਪ੍ਰੋਫਿਟ ਅਸੀਂ ਅਗਰ ਅਰਨਿੰਗ ਕਰਨੀ ਹੈ, ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਨਾ ਹੈ, ਇਸ ਦੀ ਕਾਸਟ ਇਹ ਨਹੀਂ ਹੋਣੀ ਚਾਹੀਦੀ ਕਿ ਅਸੀਂ ਸੁਸਾਇਟੀ ਦਾ ਵੈਲਫੇਅਰ ਹੀ ਠੁਕਰਾ ਦਿੱਤਾ, ਅਸੀਂ ਵੈਲਫੇਅਰ ਨੂੰ ਬੈਕਫੁੱਟ 'ਤੇ ਲੈ ਕੇ ਗਏ। ਜੋ ਸਾਡੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀਜ਼ ਹੈ ਉਹਨੂੰ ਅਸੀਂ ਪੂਰਾ ਕਰਨਾ ਹੈ ਟੂਵਰਡ ਦਾ ਸੋਸਾਇਟੀ, ਟੂਵਰਡ ਦਾ ਗਵਰਨਮੈਂਟ। ਅਸੀਂ ਇਹਨਾਂ ਚੀਜ਼ਾਂ ਨੂੰ ਬੈਕਫੁੱਟ 'ਤੇ ਨਹੀਂ ਲੈ ਕੇ ਜਾਣਾ ਪ੍ਰੋਫਿਟ ਨੂੰ ਅਰਨ ਕਰਨ ਦੇ ਲਈ। ਛੋਟੀ ਜਿਹੀ ਐਗਜ਼ਾਮਪਲ ਕਿ ਪੂਅਰ ਕੁਆਲਿਟੀ ਦਾ ਸਮਾਨ ਅਸੀਂ ਬਣਾਉਣਾ ਸ਼ੁਰੂ ਕਰ ਦਿੱਤਾ, ਪ੍ਰਾਈਸਿਸ ਜਿਹੜੇ ਹੈ ਉਸ ਦੇ ਉੱਪਰ ਕਰ ਦਿੱਤੇ, ਬਲੈਕ ਮਾਰਕੀਟਿੰਗ ਸ਼ੁਰੂ ਕਰ ਦਿੱਤੀ, ਸਮਾਨ ਨੂੰ ਆਪਣੇ ਕੋਲ ਸਟੋਰੇਜ ਕੀਤੀ, ਡਿਮਾਂਡ ਜਿਹੜੀ ਹੈ ਉਹ ਵਧਣ ਦਿੱਤੀ, ਸਪਲਾਈ ਡਾਊਨ ਕਰ ਦਿੱਤੀ, ਜਿਹਦੇ ਕਰਕੇ ਪ੍ਰਾਈਸਿਸ ਅਪ ਹੋਣਗੇ। ਪ੍ਰਾਈਸਿਸ ਅਪ ਹੋਏ ਉਦੋਂ ਅਸੀਂ ਉਹ ਆਪਣਾ ਸਟੋਰ ਕੀਤਾ ਹੋਇਆ ਸਮਾਨ ਬਾਹਰ ਕੱਢਿਆ ਸੇਲ ਕਰਨ ਵਾਸਤੇ। ਇਹਦੇ ਨਾਲ ਕੀ ਆ, ਸਾਰਾ ਇਹ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਅਸੀਂ ਇਸ ਚੀਜ਼ਾਂ ਨੂੰ ਕੀ ਆ ਬੋਲ ਦਿੰਦੇ ਹਾਂ। ਸੋ ਇਸ ਕਰਕੇ ਬਿਜ਼ਨਸ ਹਾਊਸ ਦੇ ਵਿੱਚ ਪ੍ਰੋਫਿਟ ਅਰਨ ਕਰਨਾ ਜ਼ਰੂਰੀ ਹੈ। ਅਸੀਂ ਇਹਦੇ ਪੁਆਇੰਟ ਵੀ ਦੇਖੇ ਕਿਉਂ ਜ਼ਰੂਰੀ ਹੈ, ਲੇਕਿਨ ਇਸ ਦੀ ਕਾਸਟ ਸੋਸਾਇਟੀ ਵੈਲਫੇਅਰ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ, ਇਹ ਸਾਡਾ ਸੀ ਅੱਜ ਦਾ ਟੌਪਿਕ ਕਿ ਪ੍ਰੋਫਿਟ ਦਾ ਰੋਲ ਬਿਜ਼ਨਸ ਦੇ ਅੰਦਰ ਕੀ ਹੁੰਦਾ ਹੈ। ਹੋਪਫੁਲੀ ਕਿ ਆਪਾਂ ਨੂੰ ਇਹ ਟੌਪਿਕ ਸਮਝ ਆਇਆ ਹੋਊਗਾ। ਅਗਰ ਕੋਈ ਪ੍ਰੋਬਲਮ ਹੈ ਦੈਨ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਜੀ। ਐਂਡ ਥੈਂਕਸ ਫॉर ਵਾਚਿੰਗ, ਕੀਪ ਸਪੋਰਟਿੰਗ, ਸਬਸਕ੍ਰਾਈਬ ਐਂਡ ਸ਼ੇਅਰ ਦ ਚੈਨਲ ਫॉर द नेक्स्ट अपडेट। थैंक यू।